हाँ जी, पंजाबी डिक्टेशन स्पीड 90 की 450 शब्द 5 मिनटां दे विच डिक्टेट करांगे। हाँ जी, रेडी। स्टार्ट। मानव जाति दे इतिहास विच दो खोजां हन जिन्हां ने मनुखी जीवन दे विकास विच बहुत वड्डा योगदान पाया है। डंडी। ਇਹ ਦੋ ਖੋਜਾਂ ਹਨ ਅਗਨੀ ਅਤੇ ਖੇਤੀਬਾੜੀ। ਡੰਡੀ। ਅਗਨੀ ਦੀ ਖੋਜ ਤੋਂ ਪਹਿਲਾਂ ਮਨੁੱਖ ਕੱਚਾ ਮਾਸ ਜੋ ਕਿ ਭੋਜਨ ਦੇ ਤੌਰ 'ਤੇ ਖਾਂਦਾ ਸੀ ਨੂੰ ਹਜ਼ਮ ਕਰਨ 'ਤੇ ਸਮਾਂ ਅਤੇ ਸ਼ਕਤੀ ਜ਼ਿਆਦਾ ਲੱਗਦੀ ਸੀ। ਡੰਡੀ। ਅੱਗ ਦੀ ਖੋਜ ਨਾਲ ਉਸ ਨੇ ਜੰਗਲਾਂ ਨੂੰ ਸਾੜਨਾ ਸਿੱਖ ਲਿਆ। ਡੰਡੀ। ਪਸ਼ੂਆਂ ਦਾ ਸਰੀਰ ਅਤੇ ਹੋਰ ਬਹੁਤ ਸਾਰਾ ਮੋਟੀਆਂ ਛਿੱਲਾਂ ਵਾਲਾ ਅਨਾਜ ਖਾ ਜਾਣ ਨਾਲ ਉਸ ਦੀ ਪਾਚਨ ਸ਼ਕਤੀ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਵੀ ਆਈਆਂ। ਡੰਡੀ। ਸਮਾਂ ਪਾ ਕੇ ਉਸ ਨੇ ਭੋਜਨ ਨੂੰ ਇਕੱਠਾ ਕਰਕੇ ਸਾਂਭਣਾ ਵੀ ਸਿੱਖ ਲਿਆ। ਡੰਡੀ। ਦੂਸਰੀ ਖੋਜ ਖੇਤੀਬਾੜੀ ਹੈ। ਡੰਡੀ। ਖੇਤੀਬਾੜੀ ਦੇ ਨਾਲ ਨਾਲ ਮਨੁੱਖ ਨੇ ਇੱਕ ਸਥਾਨ ਉੱਤੇ ਰਹਿ ਕੇ ਝੁੰਡ ਕਬੀਲੇ ਆਦਿ ਵਿੱਚ ਰਹਿਣਾ ਸਿੱਖਿਆ। ਡੰਡੀ। ਇੱਥੋਂ ਹੀ ਮਨੁੱਖ ਅਤੇ ਪਸ਼ੂਆਂ ਵਿਚਕਾਰ ਅੰਤਰ ਸਥਾਪਿਤ ਹੋਣਾ ਸ਼ੁਰੂ ਹੋ ਗਿਆ। ਡੰਡੀ। ਖੇਤੀਬਾੜੀ ਦੇ ਪੱਕੇ ਹੋਏ ਅਨਾਜ ਭੋਜਨ ਨਾਲ ਮਨੁੱਖ ਕੋਲ ਸੋਚਣ ਦੀ ਸ਼ਕਤੀ ਪੈਦਾ ਹੋਈ। ਡੰਡੀ। ਖੇਤੀਬਾੜੀ ਦੇ ਵਾਧੂ ਉਤਪਾਦਨ ਨਾਲ ਕਬੀਲੇ ਦੇ ਵੱਡੇ ਬਜ਼ੁਰਗ ਲੋਕ ਵਿਹਲੇ ਰਹਿਣ ਲੱਗ ਪਏ। ਡੰਡੀ। ਇੱਥੋਂ ਹੀ ਰਾਜਨੀਤੀ ਦਾ ਆਰੰਭ ਹੋਇਆ। ਡੰਡੀ। ਕਹਿਣ ਦਾ ਭਾਵ ਹੈ ਕਿ ਵਿਹਲੇ ਰਹਿਣ ਵਾਲੇ ਮਨੁੱਖਾਂ ਨੇ ਕੰਮ ਕਰਨ ਵਾਲੇ ਮਨੁੱਖਾਂ ਨੂੰ ਆਪਣੇ ਅਧੀਨ ਰੱਖਣ ਲਈ ਕੁਦਰਤ ਅਤੇ ਆਲੇ ਦੁਆਲੇ ਸੰਬੰਧੀ ਕੁਝ ਕਲਪਨਾਵਾਂ ਕਰਨੀਆਂ ਸ਼ੁਰੂ ਕੀਤੀਆਂ। ਡੰਡੀ। ਜਿਵੇਂ ਇਸ ਸੰਸਾਰ ਨੂੰ ਕੋਈ ਦੇਵੀ ਸ਼ਕਤੀ ਚਲਾਉਂਦੀ ਹੈ। ਡੰਡੀ। ਮਨੁੱਖ ਨੂੰ ਪਿਛਲੇ ਜਨਮਾਂ ਦਾ ਫਲ ਮਿਲਦਾ ਹੈ। ਡੰਡੀ। ਕਲਪਨਾਵਾਂ ਅਸਲ ਵਿੱਚ ਉਹ ਮਿਥਿਆਸ ਹਨ ਜਿਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ। ਡੰਡੀ। ਮਿੱਥ ਦਾ ਸੰਬੰਧ ਭਾਸ਼ਾ ਨਾਲ ਜੁੜਦਾ ਹੈ। ਡੰਡੀ। ਜਦੋਂ ਤੱਕ ਮਨੁੱਖ ਕੋਲ ਭਾਸ਼ਾ ਨਹੀਂ ਸੀ ਉਸ ਦੀ ਕਲਪਨਾ ਸ਼ਕਤੀ ਸਿਰਫ ਭੋਜਨ ਦੀ ਪੂਰਤੀ ਤੱਕ ਹੀ ਸੀਮਤ ਸੀ। ਡੰਡੀ। ਭਾਸ਼ਾ ਦੇ ਸੱਭਿਆਚਾਰ ਦੇ ਅਜਿਹੇ ਵਰਤਾਰੇ ਹਨ ਜਿਹੜੇ ਇੱਕ ਦੂਜੇ ਦੇ ਪੂਰਕ ਹਨ। ਡੰਡੀ। ਜਿਵੇਂ ਪੰਜਾਬੀ ਸੱਭਿਆਚਾਰ ਇਸ ਕਰਕੇ ਹੀ ਹੈ ਕਿਉਂਕਿ ਪੰਜਾਬੀ ਭਾਸ਼ਾ ਹੈ ਅਤੇ ਪੰਜਾਬੀ ਭਾਸ਼ਾ ਦੀ ਹੋਂਦ ਇਸ ਕਰਕੇ ਹੈ ਕਿਉਂਕਿ ਪੰਜਾਬੀ ਸਮਾਜ ਅਤੇ ਸੱਭਿਆਚਾਰ ਹੈ। ਡੰਡੀ। ਭਾਸ਼ਾ ਦੇ ਅਰਥ ਪ੍ਰਤੀਕਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਹਨ। ਡੰਡੀ। ਬਹੁਤ ਸਾਰੇ ਸੱਭਿਆਚਾਰਾਂ ਵਿੱਚ ਮਨੁੱਖਾਂ ਦੇ ਯੁੱਧ ਵਿੱਚ ਲੜਨ ਦੀਆਂ ਕਹਾਣੀਆਂ ਪ੍ਰਚਲਿਤ ਹਨ। ਡੰਡੀ। ਇਸੇ ਤਰ੍ਹਾਂ ਜ਼ਿਕਰ ਆਉਂਦਾ ਹੈ ਖੂਹ ਵਿੱਚ ਮਨੁੱਖ ਨੂੰ ਕਿਸੇ ਨੇ ਵੱਢ ਕੇ ਸੁੱਟ ਦਿੱਤਾ ਪਰ ਕਿਸੇ ਸਾਧੂ ਨੇ ਉਸ ਨੂੰ ਜਿਉਂਦਾ ਹੀ ਬਾਹਰ ਕੱਢ ਲਿਆ। ਡੰਡੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਾਨੂੰ ਉਦਾਹਰਨਾਂ ਮਿੱਥ ਕਥਾਵਾਂ ਵਿੱਚੋਂ ਮਿਲ ਜਾਂਦੀਆਂ ਹਨ। ਡੰਡੀ। ਅੱਜ ਤੋਂ 24 ਸਾਲ ਪਹਿਲਾਂ ਗੌਤਮ ਬੁੱਧ ਨੇ ਇਹਨਾਂ ਸਾਰੀਆਂ ਮਿੱਥਾਂ ਨੂੰ ਤੋੜ ਕੇ ਮਨੁੱਖ ਨੂੰ ਜੀਵਨ ਦੇ ਕੇਂਦਰ ਵਿੱਚ ਸਥਾਪਿਤ ਕਰਨ ਦਾ ਯਤਨ ਕੀਤਾ ਸੀ ਪਰ ਭਾਰਤੀ ਲੋਕ ਮਨ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਡੰਡੀ। ਵਿਸ਼ਵ ਦੇ ਵੱਖ-ਵੱਖ ਸੱਭਿਆਚਾਰਾਂ ਵਿੱਚ ਮਨੁੱਖੀ ਨਸਲ ਦੇ ਜਨਮ ਨਾਲ ਸੰਬੰਧਿਤ ਵੱਖ-ਵੱਖ ਮਿਥਕ ਕਹਾਣੀਆਂ ਪ੍ਰਚਲਿਤ ਹਨ। ਡੰਡੀ। ਵਿਸ਼ਵ ਦੇ ਸਭ ਤੋਂ ਵੱਡੇ ਈਸਾਈ
ਧਰਮ ਅਨੁਸਾਰ ਮਨੁੱਖ ਦਾ ਜਨਮ ਬਾਬਾ ਆਦਮ ਅਤੇ ਬੇਬੇ ਈਵ ਦੇ ਮੇਲ ਤੋਂ ਹੋਇਆ ਹੈ। ਡੰਡੀ ਅਸਲ ਵਿੱਚ ਸਮੁੱਚੇ ਵਿਸ਼ਵ ਦੀ ਮਨੁੱਖ ਜਾਤੀ ਇੱਕ ਹੀ ਕੇਂਦਰ ਤੋਂ ਪੈਦਾ ਹੋਈ ਹੋਣ ਕਰਕੇ ਬਰਾਬਰ ਹੋਣੀ ਚਾਹੀਦੀ ਹੈ, ਪਰ ਅਜਿਹਾ ਨਹੀਂ। ਡੰਡੀ ਸਟਾਪ।